Good morning, students. My name Dheeraj Sharma, science teacher, Government Senior Secondary School, Panoki, Kapurthala. Students, कल असी sound chapter 13 of class 8th subject science ਦਾ ਪਾਰਟ 1 ਬੱਚਿਓ ਅਸੀਂ ਕੱਲ ਪੜ੍ਹ ਲਿਆ ਸੀ। ਅੱਜ ਬੱਚਿਓ ਅਸੀਂ ਸਾਊਂਡ ਚੈਪਟਰ ਧੁਨੀ ਚੈਪਟਰ ਦਾ ਹੀ ਪਾਰਟ ਦੂਸਰਾ ਦੇਖਣ ਵਾਲੇ ਆ। ਕੱਲ ਬੱਚਿਓ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਇੰਸਟਰੂਮੈਂਟਸ ਵਗੈਰਾ ਸੁਣੇ ਸੀਗੇ, ਕਿਵੇਂ ਉਹ ਮਿਊਜ਼ਿਕ ਪ੍ਰੋਡਿਊਸ ਕਰਦੇ ਆ ਜਾਂ ਕਿਵੇਂ ਵਾਹਨ ਜਿਹੜੇ ਆ ਉਹ ਸਾਊਂਡ ਪੈਦਾ ਕਰਦੇ ਆ। ਤੇ ਕੱਲ ਆਪਾਂ ਇੱਕ ਗੱਲ ਪੜ੍ਹੀ ਸੀਗੀ ਕਿ ਸਾਊਂਡ ਨੂੰ ਪੈਦਾ ਕਰਨ ਦੇ ਲਈ ਵਾਈਬਰੇਟ ਹੋਣਾ ਬਹੁਤ ਜ਼ਰੂਰੀ ਆ ਕਿਸੇ ਬੋਡੀ ਦਾ। ਜਦੋਂ ਕੋਈ ਚੀਜ਼ ਵਾਈਬਰੇਟ ਹੁੰਦੀ ਆ ਤਾਂ ਹੀ ਅਸੀਂ ਜਿਹੜੀ ਸਾਊਂਡ ਆ ਉਹ ਸੁਣ ਪਾਉਂਦੇ ਹਾਂ। ਪਰ ਫਿਰ ਅਸੀਂ ਦੇਖਿਆ ਸੀਗਾ ਕਿ ਅਸੀਂ ਹਰ ਤਰ੍ਹਾਂ ਦੀਆਂ ਵਾਈਬ੍ਰੇਸ਼ਨਸ ਨੂੰ ਦੇਖ ਨਹੀਂ ਸਕਦੇ। ਜਿਵੇਂ ਕਿ ਫਲੂਟ ਜਾਂ ਬੰਸੁਰੀ ਜਦੋਂ ਅਸੀਂ ਵਜਾਉਂਦੇ ਆ ਤਾਂ ਉਹ ਕੰਬਦੀ ਕਿੱਥੇ, ਸਾਨੂੰ ਉਹ ਨਜ਼ਰ ਨਹੀਂ ਆਉਂਦਾ, ਜਦ ਕਿ ਉਹਦਾ ਏਅਰ ਜਿਹੜੇ ਆ ਉਹ ਕੋਲਮ ਉਹ ਕੰਬਦੇ ਹੁੰਦੇ। ਤਾਂ ਵਾਈਬ੍ਰੇਸ਼ਨ ਅਸੀਂ ਸਾਰੀਆਂ ਨਹੀਂ ਦੇਖ ਸਕਦੇ, ਪਰ ਗਿਟਾਰ ਦੀ ਵਾਈਬ੍ਰੇਸ਼ਨ ਅਸੀਂ ਦੇਖੀ ਸੀ। ਇੰਜ ਹੀ ਅਸੀਂ ਸਾਰੀਆਂ ਵਾਈਬ੍ਰੇਸ਼ਨ ਨੂੰ ਸੁਣ ਵੀ ਨਹੀਂ ਸਕਦੇ। ਜਿਵੇਂ ਕਿ ਅਗਰ ਇੱਕ ਸੈਕਿੰਡ ਦੇ ਵਿੱਚ ਕੋਈ ਵਸਤੂ 20 ਤੋਂ ਘੱਟ ਵਾਰੀ ਕੰਪਨ ਕਰਦੀ ਹੈ ਤਾਂ ਉਹ ਅਸੀਂ ਸੁਣ ਵੀ ਨਹੀਂ ਸਕਦੇ। ਜਿਵੇਂ ਕਿ ਮੇਰਾ ਹੱਥ, ਮੈਂ ਕੱਲ ਐਗਜ਼ਾਮਪਲ ਵੀ ਦਿੱਤੀ ਸੀ। ਦੂਸਰੇ ਪਾਸੇ ਜੇਕਰ ਉਹੀ ਵਸਤੂ ਇੱਕ ਸੈਕਿੰਡ 'ਚ 20,000 ਤੋਂ ਵੱਧ ਵਾਰੀ ਕੰਪਨ ਕਰਦੀ, ਅਸੀਂ ਉਹ ਵੀ ਨਹੀਂ ਸੁਣ ਸਕਦੇ। ਤਾਂ ਇਹ ਬੱਚਿਓ ਕੱਲ ਅਸੀਂ ਮੇਨ ਚੀਜ਼ਾਂ ਪੜ੍ਹੀਆਂ ਸੀਗੀਆਂ। ਅੱਜ ਬੱਚਿਓ ਅਸੀਂ ਨੈਕਸਟ ਆਪਣਾ ਜਿਹੜਾ ਹੁਣ ਸ਼ੁਰੂ ਕਰਨਾ ਕਿ ਹਾਊ ਸਾਊਂਡ ਪ੍ਰੋਪੈਗੇਟ, ਧੁਨੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਕਿਵੇਂ ਸੰਚਾਰ ਕਰਦੀ ਹੈ, ਕਿਵੇਂ ਪਹੁੰਚਦੀ ਹੈ। ਮਤਲਬ ਜਿਵੇਂ ਹੁਣ ਮੈਂ ਬੋਲਦਾ ਪਿਆ ਤਾਂ ਜੇਕਰ ਕੋਈ ਬੰਦਾ ਦੂਜੇ ਪਾਸੇ ਖੜਾ ਹੈ ਤਾਂ ਉਸਨੂੰ ਮੇਰੀ ਆਵਾਜ਼ ਕਿਵੇਂ ਸੁਣਾਈ ਦੇਵੇਗੀ, ਕਿਵੇਂ ਧੁਨੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਦੀ ਹੈ, ਜਾਂਦੀ ਕਿਵੇਂ ਹੈ, ਸੰਚਾਰ ਕਿਵੇਂ ਕਰਦੀ ਹੈ। ਤਾਂ ਜਿਹੜਾ ਮੇਨ ਇਹਦਾ ਪੁੱਤਰ ਆਨਸਰ ਆ ਉਹ ਹੈਗਾ ਸਾਊਂਡ ਰਿਕੁਆਇਰ ਮੀਡੀਅਮ ਟੂ ਪ੍ਰੋਪੈਗੇਟ। ਧੁਨੀ ਨੂੰ ਸੰਚਾਰ ਲਈ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ। ਮਾਧਿਅਮ ਹੁਣ ਕੁਝ ਵੀ ਹੋ ਸਕਦਾ। ਜਿੱਦਾਂ ਹੁਣ ਤੁਸੀਂ ਅਗਰ ਸਕੂਲ 'ਚ ਅਗਰ ਟੀਚਰ ਦਾ ਲੈਕਚਰ ਸੁਣਿਆ ਹੀ ਹੋਊਗਾ ਤਾਂ ਜਦੋਂ ਟੀਚਰ ਬੋਲਦਾ ਹੈ, ਜਿੱਦਾਂ ਹੁਣ ਸਪੋਜ਼ ਕਰੋ ਕਿ ਤੁਸੀਂ ਕਲਾਸ ਵਿੱਚ ਬੈਠੇ ਆ, ਮੈਂ ਵੀ ਕਲਾਸ 'ਚ ਪੜ੍ਹਾ ਰਿਹਾ, ਤਾਂ ਜੋ ਮੈਂ ਬੋਲਦਾ ਪਿਆ ਉਹ ਤੁਹਾਡੇ ਕੰਨਾਂ ਤੱਕ ਕਿਵੇਂ ਪਹੁੰਚਦਾ ਸੀਗਾ, ਹਵਾ ਦੇ ਕਣਾਂ ਦੁਆਰਾ। ਇੱਥੇ ਹਵਾ ਦੇ ਜਿਹੜੇ ਕਣ ਆ, ਕਿਉਂਕਿ ਬੱਚੇ ਤੁਹਾਨੂੰ ਪਤਾ ਕਿ ਹਵਾ ਦੇ ਵਿੱਚ ਬਹੁਤ ਸਾਰੇ ਛੋਟੇ ਮੋਲੀਕਿਊਲ ਜਾਂ ਕਣ ਹੁੰਦੇ ਆ। ਇਹੀ ਕਣ ਜਦੋਂ ਇੱਕ ਦੂਜੇ ਨਾਲ, ਜਦੋਂ ਮੈਂ ਬੋਲੂੰਗਾ ਇਹ ਜਿਹੜਾ ਕੰਨ ਆ ਉਹ ਅੱਗੇ ਪਿੱਛੇ ਵਾਈਬਰੇਟ ਕਰਦਾ, ਕੰਪਨ ਕਰਦਾ। ਇਹੀ ਕੰਪਨ ਕਰਦਾ ਹੋਇਆ ਕੰਨ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ, ਉਹ ਆਪਣੀ ਹੀ ਜਗ੍ਹਾ ਤੇ। ਜਿੱਦਾਂ ਹੁਣ ਆਹ ਕੰਨ ਆ, ਸਪੋਜ਼ ਕਰੋ ਮੇਰੀਆਂ ਉਂਗਲੀ ਤੇ ਅੰਗੂਠਾ, ਇਹ ਅੱਗੇ ਪਿੱਛੇ ਆਪਣੀ ਜਗ੍ਹਾ ਤੇ ਵਾਈਬਰੇਟ ਕਰੇਗਾ। ਇਹਦੇ ਬਾਰੇ ਆਪਾਂ ਪੜਾਂਗੇ ਵੀ। ਇਹ ਅੱਗੇ ਪਿੱਛੇ ਜਾਏਗਾ, ਉਸਨੇ ਅਗਲੇ ਕੰਨ ਨੂੰ ਹਿਲਾ ਦਿੱਤਾ, ਉਸਨੇ ਅਗਲੇ ਕੰਨ ਨੂੰ ਹਿਲਾ ਦਿੱਤਾ, ਜਿਹਦੇ ਕਰਕੇ ਟੀਚਰ ਦੀ ਜਿਹੜੀ ਆਵਾਜ਼ ਸੀ ਉਹ ਤੁਹਾਡੇ ਕੰਨਾਂ ਤੱਕ ਪਹੁੰਚ ਪਾਉਂਦੀ ਸੀ। ਇਹਦੇ ਬਾਰੇ ਅੱਜ ਅਸੀਂ ਬੱਚਿਓ ਪੜ੍ਹਨਾ ਹੈਗਾ ਹਾਊ ਸਾਊਂਡ ਪ੍ਰੋਪੈਗੇਟ, ਕਿਵੇਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਸਾਊਂਡ ਪਹੁੰਚਦਾ, ਤੇ ਦੂਸਰੀ ਗੱਲ ਕਿਵੇਂ ਸਾਨੂੰ ਸਾਊਂਡ ਜਿਹੜਾ ਆ ਉਹ ਸੁਣਾਈ ਦਿੰਦਾ। ਇਹ ਵੀ ਬੱਚਿਓ ਅੱਜ ਅਸੀਂ ਪੜ੍ਹਨਾ ਹੈਗਾ। ਤਾਂ ਇੱਥੇ ਤੁਹਾਨੂੰ ਇਹ ਬੱਚਿਓ ਪਤਾ ਚੱਲ ਗਿਆ ਕਿ ਮਾਧਿਅਮ ਛੋਟੇ ਕਣਾਂ ਤੋਂ, ਅਣੂ ਜਾਂ ਪਰਮਾਣੂਆਂ ਤੋਂ ਮਿਲ ਕੇ ਬਣਦਾ ਹੈ। ਹੁਣ ਮਾਧਿਅਮ ਕੁਝ ਵੀ ਹੋ ਸਕਦਾ ਹੈ। ਇੱਥੇ ਮਾਧਿਅਮ, ਜਿਵੇਂ ਕਲਾਸ ਦੇ ਵਿੱਚ ਮਾਧਿਅਮ ਹੁੰਦਾ ਸਾਡੇ ਕੋਲ ਏਅਰ ਮਤਲਬ ਸੋਲਿਡ, ਲਿਕੁਇਡ, ਗੈਸ, ਕੋਈ ਵੀ ਮੈਟਰ ਦੀ ਫॉर्म ਜਿਹੜੀ ਆ ਉਹ ਮਾਧਿਅਮ ਹੋ ਸਕਦੀ। ਇੱਥੇ ਬੱਚੇ ਹੁਣ ਅਸੀਂ देखेंगे। मेरे पास है एक स्पीकर और अगर इसे मैं पावर से कनेक्ट कर दूं तो ये आवाज निकालेगी। सुनो कुछ ऐसे। तो ऐसा स्पीकर कैसे कर पाती है? तो स्पीकर के पीछे होता है एक छोटा सा मशीन और स्पीकर के आगे होता है एक ब्लैक कलर का पर्दा। इसे हम कहते हैं डायफ्राम। तो ये मशीन डायफ्राम को अपने पोजीशन पे बैक एंड फोर्थ मोशन करवाती है, और इस बैक एंड फोर्थ मोशन को तो हमने पहले एक नाम दे रखा है, वो है ऑसिलेशन का नाम। तो मशीन डायफ्राम को ऑसिलेशन ਨੂੰ ਅਸੀਂ ਪੰਜਾਬੀ ਦੇ ਵਿੱਚ ਕੰਪਨ ਜਾਂ ਵਾਈਬ੍ਰੇਸ਼ਨ ਵੀ ਕਹਿ ਸਕਦੇ ਹਾਂ, ਕਿ ਜਦੋਂ ਕੋਈ ਚੀਜ਼ ਅੱਗੇ ਪਿੱਛੇ ਵਾਈਬ੍ਰੇਟ ਕਰਦੀ ਹੈ ਜਾਂ ਕੰਪਨ ਕਰਦੀ। ਇਹ 'ਚ ਬੱਚਿਓ ਉਹ ਪ੍ਰੋਪਰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂਗਾ ਕਿ ਕਿਵੇਂ ਜਿਹੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜਿਹੜੀ ਆਵਾਜ਼ ਹੈ ਸਾਡੀ ਉਹ ਪਹੁੰਚਦੀ ਪਈ ਹੈ। ऑसिलेट करवाती है, और ये ऑसिलेशन इतनी तेजी से होता है कि हमारी आंखों को पता भी नहीं चलता है कि मशीन ऑसिलेट कर भी रही है या नहीं। तो इसे देखने के लिए मैं एक पेपर के टुकड़े को डायफ्राम के ऊपर डाल दूंगा, तो डायफ्राम से ढकेलेगी और उछाल देगी, और हमें लगेगा कि पेपर डांस कर रहा है। और ऐसा ही कुछ होता है एयर मॉलिक्यूल्स के साथ भी। अगर डायफ्राम ऑसिलेट कर रही है तो डायफ्राम के टचिंग में जो एयर मॉलिक्यूल है, जो कि जस्ट बगल में है उसके, वो भी ऑसिलेट करने लगेगी अपनी पोजीशन पे। और इंटरेस्टिंग बात ये है कि ये
एयर मॉलिक्यूल ट्रैवल करके मेरे कान तक नहीं आ जाएंगी। नहीं, ऐसा नहीं होता है। ये एयर मॉलिक्यूल्स बिल्कुल वहीं की वहीं अपनी पोजीशन पे ही बैक एंड फोर्थ ऑसिलेट करती रहती हैं। तो फिर कैसे सुनाई देती है हमें आवाज? कैसे आवाज स्पीकर से हमारे कानों तक पहुंच पाती है? तो देखो, हो ये रहा है कि क्योंकि डायफ्राम ऑसिलेट कर रहा है, इसलिए उसके जस्ट कांटेक्ट में जो एयर मॉलिक्यूल है वो भी ऑसिलेट कर रही है। लेकिन इस एयर मॉलिक्यूल के राइट साइड में एक और एयर मॉलिक्यूल की लेयर है। अब ये भी ऑसिलेट करने लग जाएंगे क्योंकि पहला लेयर ऑसिलेट कर रहा था, और इस दूसरे लेयर के ऑसिलेशन के कारण अब तीसरा लेयर ऑसिलेट करने लगेगा, और तीसरे वाले के कारण चौथा लेयर ऑसिलेट करेगा। और ये प्रोसेस तब तक कंटिन्यू होगा जब तक कि तुम्हारे कान के बगल में जो लेयर है एयर मॉलिक्यूल्स की, वो भी ऑसिलेट करने ना लग जाए। तो अब देखो, ये जो तुम्हारे कान के बगल वाला लेयर है, क्योंकि अब ये ऑसिलेट कर रहा है, इसलिए इसके पास है काइनेटिक एनर्जी, और ये अब अपनी एनर्जी ट्रांसफर कर देगा तुम्हारे ईयर ड्रम में, तुम्हारे कान के पर्दे में, और फिर तुम्हें सुनाई देगी साउंड। तो यहाँ पे हुआ क्या? यहाँ पे स्पीकर ने एनर्जी ट्रांसपोर्ट की पूरे रूम के अक्रॉस, लेकिन एयर का कोई भी मॉलिक्यूल ट्रांसपोर्ट नहीं हुआ। सारे मॉलिक्यूल्स अपने ही पोजीशन पे बस ऑसिलेट कर रहे थे। तो ये बहुत ही इंपॉर्टेंट चीज है यहाँ पे। एनर्जी ट्रैवल कर गई रूम के अक्रॉस, लेकिन एयर का कोई भी मॉलिक्यूल ट्रैवल नहीं किया। एयर में बस एक डिस्टर्बेंस थी जो कि एक पॉइंट से दूसरे पॉइंट तक ट्रैवल कर रही है। अगर एयर ट्रैवल करती तो उसे हम साउंड नहीं कहते, बल्कि उसे हम विंड कहते। तो इसी प्रॉपर्टी के कारण साउंड को हम साउंड वेव भी बोलते हैं, क्योंकि जस्ट लाइक वेव, साउंड भी किसी मीडियम में एनर्जी ट्रांसपोर्ट कर सकती है विदाउट ट्रांसपोर्टिंग द मीडियम इटसेल्फ। और मीडियम वैसे एक फैंसी सा नाम है मटेरियल के लिए। जिस भी मटेरियल में साउंड ट्रैवल कर सकती हो उसे हम कहते हैं मीडियम। जैसे कि एयर हो गया एक मीडियम, वैसे ही वाटर, मेटल। ਤਾਂ ਇੰਜ ਕੋਈ ਵੀ ਜਿਹੜੀ ਚੀਜ਼ ਆ ਉਹ ਸਾਡੇ ਲਈ ਮੈਟਰ ਜਾਂ ਮਾਧਿਅਮ ਹੋ ਸਕਦਾ। ਤੁਸੀਂ ਬੱਚੋ ਇੱਥੇ ਦੇਖਿਆ ਕਿ ਜਿੱਦਾਂ ਅਸੀਂ ਬੋਲਦੇ ਹਾਂ, ਸਾਡੇ ਜਿਹੜੇ ਮੇਰੇ ਮੂੰਹ ਦੇ ਕੋਲ ਜਿਹੜੇ ਹਵਾ ਦੇ ਮੋਲੀਕਿਊਲਸ ਹੋਣਗੇ ਉਹ ਵਾਈਬ੍ਰੇਟ ਹੋਣਗੇ ਆਪਣੀ ਜਗ੍ਹਾ ਤੇ ਸਿਰਫ ਅੱਗੇ ਪਿੱਛੇ। ਇੰਜ ਹੀ ਜਦੋਂ ਉਹ ਅੱਗੇ ਪਿੱਛੇ ਹੋਇਆ, ਜਿਹੜਾ ਅਗਲਾ ਮੋਲੀਕਿਊਲਸ ਹੋ ਗਿਆ ਉਹ ਅੱਗੇ ਪਿੱਛੇ, ਇੱਦਾਂ ਹੀ ਅਗਲਾ। ਕਿਉਂਕਿ ਇੱਥੇ ਤਾਂ ਚਲੋ ਤੁਹਾਨੂੰ ਇੱਦਾਂ ਲੇਅਰਸ ਦੇ ਵਿੱਚ ਦਿਖਾਏ ਗਏ ਸੀਗੇ ਮੋਲੀਕਿਊਲਸ, ਪਰ ਐਕਚੁਅਲ ਦੇ ਵਿੱਚ ਮੋਲੀਕਿਊਲਸ ਤਾਂ ਇੰਨੇ ਕੁ ਜ਼ਿਆਦਾ ਹੁੰਦੇ ਆ ਕਿ ਉਹ ਸਭ ਪਾਸੇ ਜਿਹੜਾ ਆ ਉਹ ਵਾਈਬ੍ਰੇਟ ਕਰਦੇ ਆ। ਇਸੇ ਕਰਕੇ ਜਦੋਂ ਇੱਕ ਟੀਚਰ ਬੋਲਦਾ ਤਾਂ ਹਰੇਕ ਬੱਚੇ ਨੂੰ ਜਿਹੜਾ ਆ ਉਸਦੀ ਆਵਾਜ਼ ਸੁਣਾਈ ਦਿੰਦੀ ਹੈਗੀ। ਤਾਂ ਬੱਚਿਓ, ਜਿਹੜੇ ਮਾਧਿਅਮ ਦੇ ਜਿਹੜੇ ਕੰਨ ਹੈਗੇ ਆ, ਹੁਣ ਤੁਸੀਂ ਦੇਖ ਲਿਆ ਮਾਧਿਅਮ ਛੋਟੇ ਛੋਟੇ ਕਣਾਂ ਨਾਲ ਮਿਲ ਕੇ ਬਣਿਆ ਹੁੰਦਾ, ਜਿਹਨੂੰ ਅਸੀਂ ਅਣੂ ਜਾਂ ਪਰਮਾਣੂ ਕਹਿ ਸਕਦੇ ਹਾਂ। ਇਹ ਕਣ ਅੱਗੇ ਪਿੱਛੇ ਕੰਪਨ ਕਰਕੇ ਅਗਲੇ ਕਣਾਂ ਨੂੰ ਹਿਲਾਉਂਦੇ ਹਨ, ਜਿਸ ਨਾਲ ਊਰਜਾ ਮਤਲਬ ਧੁਨੀ ਦਾ ਸੰਚਾਰ ਹੋਣਾ ਸ਼ੁਰੂ ਹੋ ਜਾਂਦਾ। ਤਾਂ ਮੈਨੂੰ ਉਮੀਦ ਹੈ ਬੱਚਿਓ ਤੁਹਾਨੂੰ ਇਹ ਪ੍ਰੋਪਰ ਸਮਝ ਲੱਗ ਗਿਆ ਹੋਵੇਗਾ ਕਿ ਕਿਵੇਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਆਵਾਜ਼ ਜਿਹੜੀ ਆ ਉਹ ਪਹੁੰਚਦੀ ਆ। ਤਾਂ ਸਾਊਂਡ ਰਿਕੁਆਇਰ ਮੀਡੀਅਮ ਟੂ ਪ੍ਰੋਪੈਗੇਟ। ਸਾਊਂਡ ਨੂੰ ਜਾਂ ਧੁਨੀ ਨੂੰ ਸੰਚਾਰ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਇੱਕ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ। ਉਹ ਮਾਧਿਅਮ ਕੋਈ ਵੀ ਹੋ ਸਕਦਾ, ਠੋਸ ਪਦਾਰਥ ਹੋ ਸਕਦਾ, ਤਰਲ ਪਦਾਰਥ ਮਤਲਬ ਪਾਣੀ ਵੀ ਹੋ ਸਕਦਾ, ਤੇ ਹਵਾ ਜਾਂ ਗੈਸ ਕੋਈ ਵੀ ਪਦਾਰਥ ਜਿਹੜਾ ਆ ਉਹ ਹੋ ਸਕਦਾ। ਨੋਟ ਕਰ ਲਓ ਬੱਚੋ ਇੱਕ ਗੱਲ ਇਹੀ ਕਿ ਕਣ ਸਿਰਫ ਕੰਪਨ ਕਰਦੇ ਹਨ, ਐਦਾਂ ਅੱਗੇ ਪਿੱਛੇ ਕੰਪਨ ਬਸ ਕਰਦੇ ਆ। ਇਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਬੱਚਿਓ ਨਹੀਂ ਜਾਂਦੇ ਹੈਗੇ। ਇਹ ਜੇ ਹੁਣ ਮੈਂ ਕਹਾਂ ਇੱਥੇ ਹਵਾ ਦਾ ਕਣ ਆ, ਇਹ ਇੱਥੇ ਨਹੀਂ ਚਲਾ ਜਾਣਾ, ਇਹ ਇੱਥੇ ਹੀ ਵਾਈਬ੍ਰੇਟ ਕਰੂਗਾ, ਅੱਗੇ ਪਿੱਛੇ ਵਾਈਬ੍ਰੇਟ ਕਰੂਗਾ, ਕੰਪਨ ਕਰੂਗਾ। ਤਾਂ ਇਹ ਬੱਚਿਓ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਧੁਨੀ ਸੰਚਾਰ ਕਿਵੇਂ ਕਰਦੀ ਹੈ? ਧੁਨੀ ਨੂੰ ਸੰਚਾਰ ਕਰਨ ਲਈ ਮਾਧਿਅਮ ਦੀ ਜ਼ਰੂਰਤ ਹੈ। ਉਹ ਮਾਧਿਅਮ ਕੋਈ ਵੀ ਹੋ ਸਕਦਾ। ਅੱਗੇ ਬੱਚਿਓ ਅਸੀਂ ਦੇਖਦੇ ਹਾਂ ਨੈਕਸਟ ਥਿੰਗ ਕਿ ਹਾਊ ਸਾਊਂਡ ਪ੍ਰੋਪੈਗੇਟ। ਫਿਰ ਦੁਬਾਰਾ ਤੋਂ ਉਹੀ ਕਿ ਸਾਊਂਡ ਰਿਕੁਆਇਰ ਮੀਡੀਅਮ ਟੂ ਪ੍ਰੋਪੈਗੇਟ। ਧੁਨੀ ਨੂੰ ਸੰਚਾਰ ਲਈ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ। ਹੁਣ ਮਾਧਿਅਮ ਤਿੰਨ ਤਰ੍ਹਾਂ ਦੇ ਆਪਾਂ ਦੇਖ ਲਏ, ਸੋਲਿਡ, ਲਿਕੁਇਡ, ਗੈਸ ਮਤਲਬ ਠੋਸ ਤਰਲ, ਤੇ ਗੈਸ ਮਾਧਿਅਮ ਛੋਟੇ ਛੋਟੇ ਕਣ ਮਤਲਬ ਅਣੂ ਤੇ ਪਰਮਾਣੂਆਂ ਤੋਂ ਮਿਲ ਕੇ ਹੀ ਬਣਦਾ। ਇੱਥੇ ਬੱਚੇ ਤੁਸੀਂ ਦੇਖ ਸਕਦੇ ਹੋ, ਅਸੀਂ ਇੱਕ ਐਕਟੀਵਿਟੀ ਦੇਖਣ ਵਾਲੇ ਆ, ਤਾਂ ਤੁਸੀਂ ਧਿਆਨ ਦੇਣਾ। ਸਾਡੇ ਕੋਲ ਇੱਕ ਗਲਾਸ ਆ, ਇੱਕ ਸੈੱਲਫੋਨ ਆ। ਸੈੱਲਫੋਨ ਨੂੰ ਅਸੀਂ ਗਲਾਸ ਦੇ ਵਿੱਚ ਰੱਖ ਲਿਆ, ਫਿਰ ਉਸਨੂੰ ਅਸੀਂ ਦੂਸਰੇ ਸੈੱਲਫੋਨ ਤੋਂ ਉਹਦੇ ਉੱਪਰ ਰਿੰਗ ਕੀਤੀ। ਹੁਣ ਜਿਹੜੀ ਰਿੰਗ ਆ ਉਹਦੀ ਆਵਾਜ਼ ਸਾਨੂੰ ਆਉਂਦੀ ਹੋਵੇਗੀ, ਲੇਕਿਨ ਜੇਕਰ ਅਸੀਂ ਇਸ ਤਰੀਕੇ ਨਾਲ ਉਸ ਗਲਾਸ ਦੇ ਵਿੱਚੋਂ ਸਾਰੀ ਹਵਾ ਨੂੰ ਸਕ ਕਰ ਲਈਏ, ਬਾਹਰ ਕੱਢ ਲਈਏ, ਜਿੱਦਾਂ ਹੁਣ ਇਹ ਬੱਚਾ ਕਰਦਾ ਪਿਆ ਤੁਹਾਡੀ ਸਕਰੀਨ ਦੇ ਉੱਪਰ, ਕਿ ਉਹ ਸਾਰੀ ਹਵਾ ਨੂੰ ਜਿਹੜਾ ਆ ਉਹ ਸੋਖਦਾ ਪਿਆ। ਉਹ ਸੋਖਣ ਦੇ ਨਾਲ ਕੀ ਹੋਏਗਾ ਕਿ ਸਾਰੀ ਜਿਹੜੀ ਹਵਾ ਉਹਦੇ ਵਿੱਚੋਂ ਨਿਕਲ ਗਈ ਬਾਹਰ, ਮਤਲਬ ਮਾਧਿਅਮ ਕੋਈ ਰਿਹਾ ਨਹੀਂ, ਕੋਈ ਕਣ ਨਹੀਂ ਹੋਣਗੇ। ਹੁਣ ਜੇ ਕੋਈ ਕਣ ਨਹੀਂ ਹੋਣਗੇ ਤਾਂ ਵਾਈਬ੍ਰੇਟ ਕੁਝ ਵੀ ਨਹੀਂ ਹੋਏਗਾ। ਜੇ ਕੋਈ ਚੀਜ਼ ਵਾਈਬ੍ਰੇਟ ਹੀ ਨਹੀਂ ਕਰੇਗੀ ਤਾਂ ਸਾਊਂਡ ਵੀ ਜਿਹੜਾ ਆ ਉਹ ਪੈਦਾ ਨਹੀਂ ਹੋਵੇਗਾ, ਜਾਂ ਕਹਿ ਲਓ ਕਿ ਸਾਊਂਡ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਤੱਕ ਨਹੀਂ ਪਹੁੰਚੇਗਾ। ਤਾਂ ਸਾਨੂੰ ਜਿਹੜੀ ਹੈ ਬਾਅਦ ਸਾਊਂਡ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ। ਇੱਥੇ ਬੱਚਿਓ
ਇੱਕ ਬਜ਼ਰ ਆ, ਇਹੀ ਐਕਟੀਵਿਟੀ ਫਰਦਰ ਕੀਤੀ ਗਈ ਹੈ। ਇੱਕ ਬਜ਼ਰ, ਕਿਉਂਕਿ ਇਹਦੀ ਆਵਾਜ਼ ਹੁਣ ਸੁਣਾਣੀ ਸੀਗੀ, ਐਕਟੀਵਿਟੀ ਇੱਦਾਂ ਦੀਆਂ, ਤਾਂ ਹੁਣ ਇਹ ਬਜ਼ਰ ਵੱਜ ਰਿਹਾ, ਤੁਸੀਂ ਧਿਆਨ ਨਾਲ ਦੇਖਿਓ। ਅਸੀਂ ਇਹਦੇ ਵਿੱਚੋਂ ਜਦੋਂ ਸਾਰੀ ਹਵਾ ਕੱਢ ਲਵਾਂਗੇ ਤਾਂ ਬਜ਼ਰ ਦੀ ਆਵਾਜ਼ ਹੌਲੀ ਹੌਲੀ ਘੱਟ ਹੋ ਜਾਏਗੀ। ਜਦੋਂ ਫੇਰ ਹਵਾ ਦੇ ਦੇਵਾਂਗੇ ਬਜ਼ਰ ਦੀ ਆਵਾਜ਼ ਫੇਰ ਆ ਜਾਵੇਗੀ। ਇੰਜ ਕਿਉਂ ਹੋ ਰਿਹਾ ਬੱਚਿਓ? ਕਿਉਂਕਿ ਜਦੋਂ ਅਸੀਂ ਹਵਾ ਦੇ ਦਿੰਦੇ ਹਾਂ ਤਾਂ ਮਾਧਿਅਮ ਮੌਜੂਦ ਹੋ ਗਿਆ, ਮਾਧਿਅਮ ਦੇ ਕਣ ਅੱਗੇ ਪਿੱਛੇ ਕੰਪਨ ਕਰਦੇ, ਜਿਹਦੇ ਕਰਕੇ ਸਾਨੂੰ ਧੁਨੀ ਜਿਹੜੀ ਆ ਉਹ ਸੁਣਾਈ ਦੇਵੇ। ਤਾਂ ਇੱਥੇ ਤੁਸੀਂ ਸੁਣੋਗੇ ਇਹ ਆਵਾਜ਼ ਤੁਸੀਂ ਸੁਣਦੇ ਪਏ, ਇਸ ਨੂੰ ਅਸੀਂ ਚੰਗੀ ਤਰ੍ਹਾਂ ਬੋਤਲ ਦੇ ਵਿੱਚ ਇੱਦਾਂ ਕੋਰਕ ਨਾਲ ਢੱਕ ਲਿਆ, ਪਰ ਇਹਦੀ ਆਵਾਜ਼ ਹਜੇ ਵੀ ਤੁਹਾਨੂੰ ਸੁਣਾਈ ਦਿੰਦੀ ਪਈ। ਆਵਾਜ਼ ਇਸ ਲਈ ਸੁਣਾਈ ਦਿੰਦੀ ਪਈ ਕਿਉਂਕਿ ਉਸਦੇ ਉੱਪਰ ਛੇਦ ਸੀਗਾ, ਉਹ ਛੇਦ ਦੇ ਵਿੱਚ ਹੁਣ ਅਸੀਂ ਆਪਣਾ ਵੈਕਿਊਮ ਪੰਪ ਲਗਾ ਲਿਆ। ਉਸ ਵੈਕਿਊਮ ਪੰਪ ਦੀ ਸਹਾਇਤਾ ਦੇ ਨਾਲ ਅਸੀਂ ਸਾਰੀ ਜਿਹੜੀ ਉਹਦੀ ਹਵਾ ਆ ਉਸ ਬੋਤਲ ਦੇ ਵਿੱਚ ਮੌਜੂਦ ਉਹ ਕੱਢਣੀ ਸ਼ੁਰੂ ਕਰ ਲਵਾਂਗੇ, ਜਿਸ ਨਾਲ ਉਹ ਜਿਹੜੀ ਬਜ਼ਰ ਦੀ ਆਵਾਜ਼ ਆ ਉਹ ਹੌਲੀ ਹੌਲੀ ਘੱਟ ਹੋ ਜਾਵੇਗੀ। ਹੁਣ ਤੁਸੀਂ ਦੇਖੋਗੇ ਕਿ ਅਸੀਂ ਹਵਾ ਜਿਹੜੀ ਆ ਉਹ ਕੱਢ ਦਿੱਤੀ ਹੌਲੀ ਹੌਲੀ। ਏਅਰ ਇਜ਼ ਰਿਮੂਵਡ ਫਰੋਮ ਦਾ ਬੋਟਲ। ਵੈਕਿਊਮ ਪੰਪ ਲਗਾਇਆ ਹੋਇਆ ਉਹ ਹਵਾ ਨੂੰ ਬਾਹਰ ਕੱਢਦਾ ਹੈ। ਹੁਣ ਜਦੋਂ ਸਾਰੀ ਹਵਾ ਬਾਹਰ ਨਿਕਲੀ ਤਾਂ ਆਵਾਜ਼ ਸੁਣੋ ਘਟਣੀ ਸ਼ੁਰੂ ਹੋ ਗਈ। ਇਹ ਆਵਾਜ਼ ਇਸ ਕਰਕੇ ਘਟ ਗਈ ਹੈ ਬੱਚਿਓ ਕਿਉਂਕਿ ਉੱਥੇ ਮਾਧਿਅਮ ਦੇ ਜਿਹੜੇ ਕਣ ਸੀਗੇ ਉਹ ਹੁਣ ਮੌਜੂਦ ਨਹੀਂ ਹੈਗੇ। ਕੰਪਨ ਨਹੀਂ ਕੋਈ ਚੀਜ਼ ਕਰਦੀ ਵੀ, ਜੇ ਕੋਈ ਚੀਜ਼ ਕੰਪਨ ਨਹੀਂ ਕਰੂਗੀ ਤਾਂ ਸਾਡੇ ਕੰਨਾਂ ਤੱਕ ਵੀ ਨਹੀਂ ਪਹੁੰਚੇਗੀ, ਜਿਸ ਨਾਲ ਸਾਨੂੰ ਆਵਾਜ਼ ਨਹੀਂ ਸੁਣਾਈ। ਹੁਣ ਉਹਦੇ ਅੰਦਰ ਕੋਈ ਹਵਾ ਨਹੀਂ, ਹੁਣ ਹਵਾ ਹੈਗੀ, ਕੋਈ ਹਵਾ ਨਹੀਂ ਤਾਂ ਆਵਾਜ਼ ਨਹੀਂ। ਜਦੋਂ ਹਵਾ ਹੈਗੀ ਆ ਉਦੋਂ ਆਵਾਜ਼ ਵੀ ਹੈਗੀ। ਤਾਂ ਬੱਚਿਓ ਇਹ ਐਕਟੀਵਿਟੀ ਸੀਗੀ ਕਿ ਸਾਊਂਡ ਨੂੰ ਪ੍ਰੋਪੈਗੇਟ ਕਰਨ ਦੇ ਲਈ, ਧੁਨੀ ਨੂੰ ਸੰਚਾਰ ਕਰਨ ਦੇ ਲਈ ਕੋਈ ਨਾ ਕੋਈ ਮਾਧਿਅਮ ਦੀ ਜ਼ਰੂਰਤ ਹੈ। ਇੱਥੇ ਮਾਧਿਅਮ ਹਵਾ ਸੀ, ਹਵਾ ਦੇ ਉਹ ਛੋਟੇ ਛੋਟੇ ਕਣ ਸੀ। ਨੈਕਸਟ ਬੱਚਿਓ ਅਸੀਂ ਅਗਰ ਅੱਗੇ ਦੇਖੀਏ ਹੋਰ ਉਦਾਹਰਣ ਇਹੀ ਸਾਊਂਡ ਕਿਵੇਂ ਪ੍ਰੋਪੈਗੇਟ ਕਰਦਾ, ਤਾਂ ਇਹਦੇ ਵਿੱਚ ਤੁਸੀਂ ਦੇਖੋਗੇ ਹੁਣ ਤੁਸੀਂ ਦੇਖੋ ਆਪਾਂ ਇੱਕ ਬੈਲ, ਤੁਹਾਡੀ ਬੁੱਕ ਵਿੱਚ ਵੀ ਇਹ ਐਕਟੀਵਿਟੀ ਹੈਗੀ ਹੈ। ਬੈਲ ਪਕੜੀ ਹੋਈ ਹੈ ਬੱਚੇ ਨੇ, ਹਵਾ ਦੇ ਵਿੱਚ ਜਦੋਂ ਉਹ ਬੈਲ ਨੂੰ ਰਿੰਗ ਕਰਦਾ ਤਾਂ ਉਹਨੂੰ ਸੁਣਾਈ ਦਿੰਦੀ ਹੈ, ਪਰ ਜਦੋਂ ਉਹ ਪਾਣੀ ਦੇ ਵਿੱਚ ਕਰਦਾ ਪਿਆ ਤਾਂ ਉਹਦੀ ਆਵਾਜ਼ ਥੋੜੀ ਜਿਹੀ ਘਟ ਗਈ। ਦੇਖੋ Shake this bell inside the water to produce sound. Make sure that the bell does not touch the body of the bucket or the ਪਰ ਜੇਕਰ ਉਹ ਆਪਣਾ ਕੰਨ ਪਾਣੀ ਦੇ ਨਾਲ ਲਗਾ ਕੇ ਉਸੇ ਹੀ ਚੀਜ਼ ਨੂੰ ਸੁਣੇ ਤਾਂ ਉਸਨੂੰ ਆਵਾਜ਼ ਜਿਹੜੀ ਆ ਬੈਲ ਦੀ ਸੁਣਾਈ ਦਿੰਦੀ ਪਈ ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਇੱਥੇ ਜਿਹੜਾ ਮਾਧਿਅਮ ਹੋ ਗਿਆ ਉਹ ਪਾਣੀ ਦੇ ਛੋਟੇ ਛੋਟੇ ਕਣ ਹੋ ਗਏ। ਤਾਂ ਪਾਣੀ ਵੀ ਜਾਂ ਤਰਲ ਪਦਾਰਥ ਵੀ ਮਾਧਿਅਮ ਦਾ ਰੋਲ ਨਿਭਾਉਂਦਾ ਹੈ। Can you hear now? Maybe not. ਪਹਿਲਾਂ ਨਹੀਂ ਸੁਣਦਾ ਪਿਆ ਸੀ। So place your ear gently on the water surface. ਉਹਨੇ ਪਾਣੀ ਤੇ ਆਪਣਾ ਕੰਨ ਰੱਖਿਆ। Can you hear the sound of the bell? ਆਵਾਜ਼ ਸੁਣਾਈ Yes, you can. This indicates that sound can travel through the liquids. ਤਾਂ ਸਾਨੂੰ ਇਹ ਪਤਾ ਚੱਲਿਆ ਕਿ ਸਾਊਂਡ ਜਿਹੜੀ ਆ ਉਹ ਲਿਕੁਇਡ Now ਦੇ you ਵਿੱਚ know how whales and dolphins ਟਰੈਵਲ can ਕਰਦੀ ਹੈ। ਦੂਸਰੇ ਪਾਸੇ ਹੁਣ ਜਿਹੜੇ ਵੇਲਸ ਹੈਗੀਆਂ ਉਹ ਵੀ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਦੀਆਂ ਸਾਊਂਡ ਦੀ ਮਦਦ ਦੇ ਨਾਲ। ਤੁਸੀਂ ਦੇਖਿਆ ਹੈ ਕਿ ਡੋਲਫਿਨ ਜਿਹੜੀ ਆ ਉਹ ਅਲਟਰਾਸਾਊਂਡ ਜਿਹੜੀ ਆ ਉਹ ਪ੍ਰੋਡਿਊਸ ਕਰਦੀ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਠੋਸ ਪਦਾਰਥ ਤੁਹਾਨੂੰ ਦਿਖਾਇਆ ਗਿਆ ਵਾ ਕਿ ਜੇਕਰ ਤੁਸੀਂ ਇੱਕ ਬੱਚੇ ਨੂੰ ਅਸੀਂ ਕਹੀਏ ਕਿ ਇੱਦਾਂ ਕੰਨ ਲਗਾ ਕੇ ਸੁਣੇ ਟੇਬਲ ਤੇ, ਦੂਜੇ ਬੱਚਾ ਸਕ੍ਰੈਚ ਕਰੇ ਟੇਬਲ ਨੂੰ, ਤਾਂ ਉਹਦੀ ਜਿਹੜੀ ਧੁਨੀ ਆ ਉਹ ਹੁਣ ਇੱਥੇ ਜਿਹੜਾ ਮਾਧਿਅਮ ਬਣ ਗਿਆ ਧੁਨੀ ਦੇ ਲਈ ਉਹ ਬਣ ਗਿਆ ਇਹ ਟੇਬਲ। ਠੋਸ ਪਦਾਰਥ ਦੀ ਮਦਦ ਦੇ ਨਾਲ ਜਿਹੜੀ ਧੁਨੀ ਆ ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਉਸ ਨੂੰ ਸੁਣਾਈ ਦੇ ਰਹੀ ਹੈ, ਕਿਉਂਕਿ ਇਹ ਵੀ ਜਿਹੜਾ ਟੇਬਲ ਆ ਛੋਟੇ ਛੋਟੇ ਕਣਾਂ ਨਾਲ ਹੀ ਬਣਿਆ, ਮੋਲੀਕੂਲਸ ਨਾਲ ਬਣਿਆ। ਜਦੋਂ ਇੱਕ ਦੂਜੇ ਨਾਲ ਇਹ ਸਟਰਾਈਕ ਕਰਦੇ ਆ ਔਰ ਦੂਜੇ ਬੰਦੇ ਤੱਕ ਆਵਾਜ਼ ਜਿਹੜੀ ਆ ਪਹੁੰਚ ਜਾਂਦੀ ਸਟ੍ਰਿੰਗ ਦੀ ਮਦਦ ਦੇ ਨਾਲ, ਕਿਉਂਕਿ ਸਟ੍ਰਿੰਗ ਜਾਂ ਇੱਕ ਤਾਰ ਜਿਹੜੀ ਆ ਉਹ ਵੀ ਇੱਕ ਠੋਸ ਪਦਾਰਥ ਹੀ ਆ। ਜੇਕਰ ਉਸਦਾ ਇੱਦਾਂ ਅਸੀਂ ਇੱਕ ਟॉय ਫੋਨ ਬਣਾ ਲਈਏ, ਖਿਡੌਣਾ ਬਣਾ ਲਈਏ, ਤੇ ਫਿਰ ਅਗਰ ਅਸੀਂ ਬੋਲੀਏ ਤਾਂ ਉਹ ਵੀ ਇੱਕ ਮਾਧਿਅਮ ਬਣ ਗਿਆ ਧੁਨੀ ਦੇ ਲਈ, ਸਾਨੂੰ ਜਿਹੜੀ ਆਵਾਜ਼ ਆ ਉਹ ਸੁਣਾਈ ਦੇਵੇ। ਤਾਂ ਇੱਥੇ ਇਹ ਖਿਡੌਣਾ ਤੁਸੀਂ ਵੀ ਆਪਣੇ ਘਰ ਬਣਾ ਸਕਦੇ ਹੋ। ਕਿਵੇਂ ਕਿ ਤੁਹਾਨੂੰ ਇੱਕ ਗਲਾਸ ਚਾਹੀਦੇ ਹੋਣਗੇ, ਉਸ ਕੋਈ ਵੀ ਗਲਾਸ, ਸਟੀਲ ਦੇ ਨਹੀਂ ਪਰ ਗੱਤੇ ਦੇ ਜਾਂ ਥਰਮਾਕੋਲ ਦੇ ਗਲਾਸ ਵੀ ਚੱਲਣਗੇ, ਤੇ ਉਸਨੂੰ ਸੇਬੇ ਵਗੈਰਾ ਜਾਂ ਰੱਸੀ ਵਗੈਰਾ ਦੇ ਨਾਲ, ਬਹੁਤੀ ਮੋਟੀ ਰੱਸੀ ਨਹੀਂ, ਬਰੀਕ ਜਾਂ ਧਾਗੇ ਵਗੈਰਾ ਦੇ ਨਾਲ ਬੰਨ੍ਹ ਲਓ। ਫਿਰ ਇੱਕ ਬੰਦਾ ਬੋਲੇ ਤੇ ਦੂਜਾ ਸੁਣੇ ਤਾਂ ਤੁਹਾਨੂੰ ਆਵਾਜ਼ ਜਿਹੜੀ ਆ ਉਹ ਸੁਣਾਈ ਦੇਵੇਗੀ। ਇੱਥੋਂ ਸਾਨੂੰ ਇਹ ਪਤਾ ਚੱਲ ਗਿਆ ਕਿ ਠੋਸ, ਤਰਲ ਤੇ ਗੈਸ ਤਿੰਨੇ ਹੀ ਪਦਾਰਥਾਂ ਦੇ ਵਿੱਚੋਂ, ਤਿੰਨੇ ਹੀ ਮਾਧਿਅਮ ਦੇ ਵਿੱਚੋਂ ਜਿਹੜੀ ਆ ਧੁਨੀ ਦੀ ਆਵਾਜ਼ ਆ ਸਾਨੂੰ ਉਹ ਸੁਣਾਈ ਬੱਚਿਓ ਦਿੰਦੀ ਹੈਗੀ। ਨੈਕਸਟ ਬੱਚਿਓ ਅਗਰ ਅਸੀਂ ਦੇਖੀਏ ਕਿ ਜੇਕਰ ਹੁਣ ਅਸੀਂ ਟੇਬਲ ਨੂੰ ਆਪਾਂ ਟੈਪ ਕਰੀਏ, ਮਤਲਬ ਇੱਦਾਂ ਖਟ 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 ਕਰੀਏ, ਤਾਂ ਸਾਨੂੰ ਜਿਹੜੀ ਆਵਾਜ਼ ਆ ਉਹ ਸੁਣਾਈ ਦੇਵੇ।
ਸਾਨੂੰ ਇਹ ਆਵਾਜ਼ ਕਿਉਂ ਸੁਣਾਈ ਦਿੰਦੀ ਹੈ? ਕਿਉਂਕਿ ਬੱਚਿਓ ਜਿਹੜਾ ਟੇਬਲ ਆ ਜਾਂ ਕੋਈ ਵੀ ਜਿਹੜਾ ਠੋਸ ਪਦਾਰਥ ਆ ਉਹਦੇ ਜਿਹੜੇ ਕਣ ਆ ਤੁਸੀਂ ਦੇਖ ਸਕਦੇ ਹੋ ਉਹ ਬਿਲਕੁਲ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ, ਜਿਹਦੇ ਕਰਕੇ ਜਦੋਂ ਅਸੀਂ ਉਸਨੂੰ ਟੈਪ ਕਰਦੇ ਹਾਂ ਤਾਂ ਉਹ ਮੋਲੀਕਿਊਲਸ ਵਾਈਬ੍ਰੇਟ ਕਰਦੇ। ਹੁਣ ਸਾਨੂੰ ਇਹ ਵੀ ਨਜ਼ਰ ਤਾਂ ਨਹੀਂ ਆਉਂਦੇ ਕਿਉਂਕਿ ਅੰਦਰ ਹੀ ਇਹ ਚੀਜ਼ ਵਾਈਬ੍ਰੇਸ਼ਨ ਹੁੰਦੀ ਆ, ਵਾਈਬ੍ਰੇਟ ਕਰਦੇ ਹੁੰਦੇ ਆ, ਵਾਈਬ੍ਰੇਟ ਕਰਕੇ ਉਹ ਜਿਹੜੀ ਕੰਪਨ ਆ ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਦੀ ਹੈ, ਜਿਹਦੇ ਕਰਕੇ ਸਾਨੂੰ ਉਹ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ। ਹਵਾ ਦੇ ਵਿੱਚ ਵੀ ਕਣ ਸੀਗੇ ਜਿਹੜੇ ਅੱਗੇ ਪਿੱਛੇ ਵਾਈਬ੍ਰੇਟ ਕਰਦੇ ਆ, ਠੋਸ ਪਦਾਰਥਾਂ ਦੇ ਵਿੱਚ ਵੀ ਕਣ ਹੁੰਦੇ ਆ, ਠੋਸ ਪਦਾਰਥਾਂ ਦੇ ਕਣ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਆ, ਤੇ ਜਿਹੜੇ ਤਰਲ ਪਦਾਰਥ ਆ ਉਹਦੇ ਵਿੱਚ ਵੀ ਜਿਹੜੇ ਹੁੰਦੇ ਆ ਕਣ ਮੌਜੂਦ ਹੁੰਦੇ ਆ, ਲੇਕਿਨ ਥੋੜੇ ਦੂਰ ਦੂਰ ਹੁੰਦੇ, ਉਹ ਵੀ ਵਾਈਬ੍ਰੇਟ ਕਰਦੇ ਆ ਤੇ ਸਾਨੂੰ ਸੁਣਾਈ ਦਿੰਦੇ ਆ। ਤਾਂ ਮਾਧਿਅਮ ਇੱਕ ਟਾਈਪ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਮੋਲੀਕਿਊਲਸ ਜਾਂ ਅਣੂ ਤੇ ਪਰਮਾਣੂਆਂ ਦੇ ਨਾਲ ਹੀ ਬਣਿਆ ਆ। ਜਦੋਂ ਵਾਈਬ੍ਰੇਟ ਕਰਦੇ ਆ ਤਾਂ ਸਾਨੂੰ ਸਾਊਂਡ ਇੱਕ ਥਾਂ ਤੋਂ ਦੂਜੀ ਥਾਂ ਤੱਕ ਸੁਣਾਈ ਦਿੰਦੀ ਆ। ਮਾਧਿਅਮ 3 ਤਰ੍ਹਾਂ ਦੇ ਤੁਹਾਨੂੰ ਦੱਸ ਚੁੱਕਾ ਬੱਚਿਓ, ਠੋਸ, ਤਰਲ ਤੇ ਗੈਸ। ਇਹਦੇ ਬਾਰੇ ਬੱਚਿਓ ਅੱਗੇ ਵੀ ਅਸੀਂ ਚਰਚਾ ਕਰਾਂਗੇ। ਨੈਕਸਟ ਜੇਕਰ ਅਸੀਂ ਹੁਣ ਦੇਖੀਏ ਤਾਂ ਸਾਡੇ ਕੋਲ ਹੈਗਾ ਹਾਊ ਸਾਊਂਡ ਪ੍ਰੋਪੈਗੇਟ, ਧੁਨੀ ਕਿਵੇਂ ਸੰਚਾਰ ਕਰਦੀ ਹੈ। ਪਿੱਛੇ ਵੀ ਅਸੀਂ ਦੇਖ ਕੇ ਆਏ ਮਾਧਿਅਮ ਲਈ ਸਾਡੇ ਕੋਲ ਜ਼ਰੂਰਤ ਹੁੰਦੀ ਹੈ। ਸਾਊਂਡ ਨੀਡਸ ਅ ਮੀਡੀਅਮ ਫॉर ਇਟਸ ਪ੍ਰੋਪੈਗੇਸ਼ਨ, ਸਾਊਂਡ ਨੂੰ ਜ਼ਰੂਰਤ ਆ ਮਾਧਿਅਮ ਦੀ, ਚਾਹੇ ਉਹ ਕੋਈ ਗੈਸ ਹੋ ਜਾਵੇ, ਚਾਹੇ ਉਹ ਕੋਈ ਲਿਕੁਇਡ ਹੋ ਜਾਵੇ ਜਿਵੇਂ ਕਿ ਪਾਣੀ, ਚਾਹੇ ਉਹ ਕੋਈ ਮਾਧਿਅਮ ਜਿਹੜਾ ਸਾਡੇ ਕੋਲ ਸੋਲਿਡ ਹੋਵੇ ਜਿਵੇਂ ਕੋਈ ਧਾਤ ਆ, ਮੈਟਲ ਆ ਜਾਂ ਸਟਰਿੰਗ ਆ ਜਾਂ ਟੇਬਲ। ਅੱਛਾ ਬੱਚਿਓ, ਤੁਸੀਂ ਬੱਦਲ ਗਰਜਦੇ ਹੋਏ ਸ਼ਾਇਦ ਸੁਣੇ ਹੋਣਗੇ। ਜਦੋਂ ਬੱਦਲ ਗਰਜਦੇ ਆ ਤਾਂ ਤੁਹਾਨੂੰ ਜਿਹੜੀ ਬਿਜਲੀ ਆ ਉਹ ਪਹਿਲਾਂ ਦਿਖਾਈ ਦਿੰਦੀ ਆ ਤੇ ਜਿਹੜੀ ਉਹਦੀ ਗਰਜ ਆ ਉਹ ਬਾਅਦ ਚ ਸੁਣਾਈ ਦਿੰਦੀ ਆ। ਅਜਿਹਾ ਕਿਉਂ ਹੁੰਦਾ? ਪਹਿਲਾਂ ਸਾਨੂੰ ਬਿਜਲੀ ਜਿਹੜੀ ਆ ਉਹ ਕੜਕਦੀ ਦਿਖਾਈ ਦਿੰਦੀ ਹੈ। ਵਾਈ ਡੂ ਵੀ ਸੀ ਲਾਈਟਨਿੰਗ ਫਸਟ? ਪਹਿਲਾਂ ਸਾਨੂੰ ਬਿਜਲੀ ਨਜ਼ਰ ਆਉਂਦੀ ਆ, ਫਿਰ ਸਾਨੂੰ ਉਹਦੀ ਗੜਗੜਾਹਟ ਜਿਹੜੀ ਆ ਉਹ ਬਾਅਦ ਚ ਸੁਣਾਈ ਦਿੰਦੀ ਹੈ। ਅਜਿਹਾ ਬੱਚਿਓ ਇਸ ਕਰਕੇ ਹੁੰਦਾ ਆ ਕਿਉਂਕਿ ਜਿਹੜੀ ਬਿਜਲੀ ਹੈਗੀ ਆ ਜਾਂ ਕਹਿ ਲਓ ਜਿਹੜੀ ਲਾਈਟ ਦੀ ਜਿਹੜੀ ਸਪੀਡ ਆ ਉਹ ਬਹੁਤ ਜ਼ਿਆਦਾ ਤੇਜ਼ ਆ ਐਜ਼ ਕੰਪੇਅਰਡ ਟੂ ਸਾਊਂਡ ਦੀ ਸਪੀਡ ਨਾਲੋਂ। ਸਾਊਂਡ ਦੀ ਸਪੀਡ ਹਵਾ ਦੇ ਵਿੱਚ 342 ਮੀਟਰ ਪ੍ਰਤੀ ਸੈਕਿੰਡ ਹੁੰਦੀ ਆ, ਜਦ ਕਿ ਜਿਹੜੀ ਲਾਈਟ ਦੀ ਜਿਹੜੀ ਸਪੀਡ ਆ ਉਹ ਲਗਭਗ 3 × 10⁸ ਮੀਟਰ ਪਰ ਸੈਕਿੰਡ, ਮਤਲਬ ਲਗਭਗ 30 ਕਰੋੜ ਮੀਟਰ ਪਰ ਸੈਕਿੰਡ ਹੁੰਦੀ ਹੈ, ਜਿਹਦੇ ਕਰਕੇ ਲਾਈਟ ਸਾਨੂੰ ਪਹਿਲਾਂ ਦਿਖਾਈ ਦੇ ਦਿੰਦੀ ਆ ਤੇ ਜਿਹੜਾ ਉਹਦਾ ਸਾਊਂਡ ਆ ਉਹ ਬਾਅਦ ਚ ਦਿਖਾਈ ਦਿੰਦਾ। ਇੱਥੇ ਤੁਸੀਂ ਬੱਚੋ ਦੇਖ ਸਕਦੇ ਆ ਸਾਡੇ ਕੋਲ 3 ਤਰ੍ਹਾਂ ਦੇ ਪਦਾਰਥ, ਗੈਸਿਸ ਦੇ ਵਿੱਚ ਜਿਹੜੇ ਮੋਲੀਕਿਊਲਸ ਹੁੰਦੇ ਆ, ਅਣੂ ਹੁੰਦੇ ਆ, ਤੁਸੀਂ ਦੇਖ ਸਕਦੇ ਹੋ ਇੱਕ ਦੂਜੇ ਤੋਂ ਕਿੰਨੇ ਜ਼ਿਆਦਾ ਦੂਰ ਆ। ਲਿਕੁਇਡ ਦੇ ਵਿੱਚ ਉਹੀ ਅਣੂ ਜਿਹੜੇ ਸੀਗੇ ਤੁਸੀਂ ਦੇਖੋਗੇ ਉਹ ਨਾਲ ਹੈਗੇ ਆ ਥੋੜੇ ਜਿਹੇ। ਸੋਲਿਡ ਦੇ ਵਿੱਚ ਤਾਂ ਐਨ ਇੱਕ ਦੂਜੇ ਦੇ ਕੋਲ ਆ। ਇਸੇ ਕਰਕੇ ਗੈਸਿਸ ਦੇ ਵਿੱਚ ਜਿਹੜਾ ਸਪੀਡ ਹੈਗੀ ਆ ਸਾਊਂਡ ਦੀ ਉਹ ਸਭ ਤੋਂ ਘੱਟ ਹੁੰਦੀ ਆ, ਫਿਰ ਉਸ ਤੋਂ ਜ਼ਿਆਦਾ ਲਿਕੁਇਡ, ਤੇ ਸਭ ਤੋਂ ਜ਼ਿਆਦਾ ਸਾਊਂਡ ਜਿਹੜੀ ਆ ਤੇਜ਼ੀ ਨਾਲ ਜਿਹੜੀ ਫਲੋ ਕਰਦੀ ਆ ਉਹ ਸੋਲਿਡ ਦੇ ਵਿੱਚ ਹੋਏਗੀ ਬੱਚਿਓ। ਲਿਕੁਇਡ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਸਾਊਂਡ ਟਰੈਵਲਸ ਫਾਸਟਰ ਇਨ ਵਾਟਰ ਐਜ਼ ਕੰਪੇਅਰ ਟੂ ਏਅਰ। ਏਅਰ ਦੇ ਹਿਸਾਬ ਦੇ ਨਾਲ ਜਿਹੜੀ ਸਾਊਂਡ ਆ ਉਹ ਪਾਣੀ ਦੇ ਵਿੱਚ ਜਲਦੀ ਜਿਹੜੀ ਆ ਉਹ ਚੱਲੇਗੀ, ਕਿਉਂਕਿ ਉਹਦੇ ਜਿਹੜੇ ਕਣ ਹੈਗੇ ਆ ਉਹ ਇੱਕ ਦੂਜੇ ਦੇ ਨਾਲ ਤੁਸੀਂ ਇੱਥੇ ਦੇਖੋਗੇ ਜੁੜੇ ਹੋਏ ਆ, ਜਿਹਦੇ ਕਰਕੇ ਪਾਣੀ ਦੇ ਵਿੱਚ ਜਿਹੜਾ ਸਾਊਂਡ ਆ ਉਹ ਜ਼ਿਆਦਾ ਤੇਜ਼ੀ ਦੇ ਨਾਲ ਫਲੋ ਕਰੇਗਾ, ਜਾਂ ਕਹਿ ਲਓ ਸਪੀਡ ਉਹਦੀ ਜਿਹੜੀ ਆ ਸਾਊਂਡ ਦੀ ਉਹ ਲਿਕੁਇਡ 'ਚ ਜ਼ਿਆਦਾ ਐਜ਼ ਕੰਪੇਅਰ ਟੂ ਏਅਰ। ਸਭ ਤੋਂ ਜ਼ਿਆਦਾ ਜੇਕਰ ਅਸੀਂ ਗੱਲ ਕਰੀਏ ਸਪੀਡ ਆਫ ਸਾਊਂਡ ਕਿਹੜੇ ਮਾਧਿਅਮ 'ਚ ਹੋਣੀ, ਤਾਂ ਹੋਣੀ ਠੋਸ ਦੇ ਵਿੱਚ। ਕਿਉਂ ਹੋਣੀ ਆ ਬੱਚਿਓ? ਕਿਉਂਕਿ ਉਹਦੇ ਕਣ ਜਿਹੜੇ ਆ ਠੋਸ ਦੇ ਉਹ ਬਹੁਤ ਜ਼ਿਆਦਾ ਇੱਕ ਦੂਜੇ ਦੇ ਨਜ਼ਦੀਕ ਹੁੰਦੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਅਸੀਂ ਟੇਬਲ ਨੂੰ ਐਦਾਂ ਬੱਚਾ ਇੱਕ ਟੈਪ ਕਰਦਾ ਪਿਆ ਆ ਤਾਂ ਉਸਨੂੰ ਉਹਦੀ ਆਵਾਜ਼ ਜਿਹੜੀ ਆ ਉਹ ਇੰਨੀ ਜ਼ਿਆਦਾ ਜਲਦੀ ਸੁਣਾਈ ਨਹੀਂ ਦੇਗੀ ਜਿੰਨੀ ਜਲਦੀ ਜਾਂ ਜਿੰਨੀ ਉੱਚੀ ਆਵਾਜ਼ ਉਸਨੂੰ ਐਦਾਂ ਕੰਨ ਆਪਣਾ ਟੇਬਲ ਤੇ ਰੱਖ ਕੇ ਹੋਏਗੀ। ਵਿਚ ਵਨ ਵਾਜ਼ ਲਾਊਡਰ? ਕਿਹੜੀ ਜ਼ਿਆਦਾ ਲਾਊਡ ਹੋਏਗੀ? ਆਫਕੋਰਸ ਲਾਊਡਰ ਉਹ ਵਾਲੀ ਹੋਏਗੀ ਜਦੋਂ ਉਸਨੇ ਆਪਣਾ ਕੰਨ ਜਿਹੜਾ ਆ ਉਹ ਟੇਬਲ ਦੇ ਉੱਤੇ ਰੱਖਿਆ। ਕਿਉਂ? ਕਿਉਂਕਿ ਠੋਸ ਜਿਹੜੇ ਪਦਾਰਥ ਆ ਉਹਨਾਂ ਵਿੱਚੋਂ ਜਿਹੜੀ ਸਾਊਂਡ ਆ ਉਹ ਬਹੁਤ ਜਲਦੀ ਟਰੈਵਲ ਕਰਦੀ ਹੈ, ਜਿਹਦੇ ਕਰਕੇ ਲਾਊਡਨੈਸ ਉੱਤੇ ਵੀ ਥੋੜਾ ਜਿਹਾ ਪ੍ਰਭਾਵ ਇਹਦਾ ਪਿਆ। ਇੱਥੇ ਬੱਚੋ ਇੱਕ ਗੱਲ ਨੋਟ ਕਰਨ ਵਾਲੀ ਹੈ, ਕਿਉਂਕਿ ਠੋਸ ਪਦਾਰਥਾਂ ਦੇ ਕਣ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਹਨ, ਜਿਸ ਨਾਲ ਧੁਨੀ ਦੀ ਚਾਲ ਠੋਸ ਪਦਾਰਥਾਂ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਫਿਰ ਤਰਲ ਅਤੇ ਗੈਸ ਹਵਾ ਵਿੱਚ ਧੁਨੀ ਦੀ ਚਾਲ ਸਭ ਤੋਂ ਘੱਟ ਹੁੰਦੀ ਹੈ। ਸਭ ਤੋਂ ਜ਼ਿਆਦਾ ਰਫ਼ਤਾਰ ਜਾਂ ਸਪੀਡ ਆਫ ਸਾਊਂਡ ਕਿਹਦੇ ਵਿੱਚ ਹੋਏਗੀ ਬੱਚਿਓ? ਸੋਲਿਡ ਦੇ ਵਿੱਚ, ਉਸ ਤੋਂ ਬਾਅਦ ਚੋਂ ਲਿਕੁਇਡ ਦੇ ਵਿੱਚ, ਉਸ ਤੋਂ ਬਾਅਦ ਚੋਂ ਗੈਸ ਦੇ ਵਿੱਚ, ਸੋਲਿਡ ਦੇ ਵਿੱਚ। ਇਸ ਕਰਕੇ ਸਭ ਤੋਂ ਜ਼ਿਆਦਾ, ਕਿਉਂਕਿ ਉਹਦੇ ਕਣ ਇੱਕ ਦੂਜੇ ਦੇ ਨਾਲ ਲੱਗੇ ਹੁੰਦੇ, ਲਿਕੁਇਡ 'ਚ ਥੋੜੇ ਦੂਰ ਹੁੰਦੇ ਆ, ਗੈਸ ਦੇ ਵਿੱਚ ਬਹੁਤ ਜ਼ਿਆਦਾ ਦੂਰ ਹੋਣ ਕਰਕੇ ਜਿਹੜੀ ਆਵਾਜ਼ ਆ, ਸਪੀਡ ਆਫ ਸਾਊਂਡ ਆ ਉਹ ਸਭ ਤੋਂ ਘੱਟ ਹੋ ਜਾਂਦੀ।
ਨੈਕਸਟ ਬੱਚਿਓ ਅਸੀਂ ਦੇਖੀਏ ਸਾਊਂਡ ਕੈਨ ਨੋਟ ਟਰੈਵਲ ਇਨ ਵੈਕਿਊਮ। ਧੁਨੀ ਦਾ ਸੰਚਾਰ ਖਲਾ ਜਾਂ ਨਿਰਵਾਯੂ ਵਿੱਚ ਨਹੀਂ ਹੁੰਦਾ। ਖਲਾ ਬੱਚਿਓ ਉਹ ਚੀਜ਼ ਆ ਜਿੱਥੇ ਕੋਈ ਮਾਧਿਅਮ ਨਾ ਹੋਵੇ, ਨਾ ਹੀ ਉਹ ਠੋਸ, ਨਾ ਹੀ ਤਰਲ, ਨਾ ਹੀ ਲਿਕੁਇਡ, ਕਿਸੇ ਵੀ ਤਰ੍ਹਾਂ ਦਾ ਕੋਈ ਮਾਧਿਅਮ ਨਾ ਹੋਵੇ, ਉਹਨੂੰ ਅਸੀਂ ਨਿਰਵਾਯੂ ਵੀ ਕਹਿ ਦਿੰਦੇ ਹਾਂ। ਨਿਰਵਾਯੂ ਮਤਲਬ ਉੱਥੇ ਵਾਯੂ ਤੱਕ ਨਹੀਂ ਹੈਗੀ। ਤਾਂ ਖਲਾ ਜਾਂ ਵੈਕਿਊਮ ਉਹ ਸਥਾਨ ਹੈ ਜਿੱਥੇ ਹਵਾ ਨਾ ਹੋਵੇ, ਇਸ ਨੂੰ ਨਿਰਵਾਯੂ ਵੀ ਕਹਿੰਦੇ ਹਨ। ਸਾਨੂੰ ਪਤਾ ਹੈ ਕਿ ਪੁਲਾੜ ਜਾਂ ਯੂਨੀਵਰਸ ਜਿਹਨੂੰ ਅਸੀਂ ਕਹਿੰਦੇ ਹਾਂ ਵਿੱਚ ਹਵਾ ਮੌਜੂਦ ਨਹੀਂ ਹੈਗੀ ਬੱਚਿਓ। ਤਾਂ ਇੱਥੇ ਤੁਸੀਂ ਦੇਖ ਸਕਦੇ ਆ ਇਹ ਦੋ ਐਸਟਰੋਨੌਟਸ ਆ, ਆਪਾਂ ਸਪੋਜ਼ ਕਰੋ ਇਹ ਚੰਦਰਮਾ ਦੇ ਉੱਤੇ, ਤਾਂ ਇੱਕ ਦੂਜੇ ਨਾਲ ਗੱਲ ਇੱਦਾਂ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਬਾਹਰ ਹਵਾ ਹੀ ਹੈ ਨਹੀਂ। ਜੇ ਹਵਾ ਹੈ ਨਹੀਂ ਤਾਂ ਮੋਲੀਕਿਊਲਸ ਵਾਈਬਰੇਟ ਕਿੱਦਾਂ ਕਰੂਗੇ? ਕਿਉਂਕਿ ਵਾਈਬਰੇਟ ਕਰੂਗੇ ਤਾਂ ਹੀ ਤਾਂ ਆਵਾਜ਼ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੀ ਹੈ। ਜਿੱਦਾਂ ਆਪਾਂ ਬਜ਼ਰ ਐਕਟੀਵਿਟੀ ਦੇ ਵਿੱਚ ਪਿੱਛੇ ਦੇਖਿਆ ਸੀ, ਜੇਕਰ ਹਵਾ ਹੀ ਨਹੀਂ ਕੱਢ ਲਈ ਸਾਰੀ ਤਾਂ ਸਾਨੂੰ ਆਵਾਜ਼ ਹੀ ਨਹੀਂ ਸੁਣਾਈ ਦੇਣੀ। ਤਾਂ ਪੁਲਾੜ ਦੇ ਵਿੱਚ, ਯੂਨੀਵਰਸ ਦੇ ਵਿੱਚ ਕਿਉਂਕਿ ਹਵਾ ਮੌਜੂਦ ਨਹੀਂ ਹੈਗੀ, ਜਿਹਦੇ ਕਰਕੇ ਸਾਨੂੰ ਆਵਾਜ਼ ਜਾਂ ਐਸਟਰੋਨੌਟਸ ਨੂੰ ਇੱਕ ਦੂਜੇ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ। ਇਹੀ ਕਾਰਨ ਆ ਬੱਚਿਓ, ਜੇਕਰ ਅਸੀਂ ਸਾਰੇ ਚੰਦਰਮਾ 'ਤੇ ਚਲੇ ਜਾਈਏ ਤੇ ਉੱਥੇ ਪੁਲਾੜ ਤੇ ਕੋਈ ਵਾਤਾਵਰਨ ਤਾਂ ਹੈ ਨਹੀਂ, ਯੂਨੀਵਰਸ ਜਾਂ ਉਹਦਾ ਕੋਈ ਵਾਤਾਵਰਨ ਤਾਂ ਹੈ ਨਹੀਂ। ਸਾਡੇ ਧਰਤੀ ਤੇ ਵਾਤਾਵਰਨ ਹੈਗਾ, ਚੰਦਰਮਾ ਤੇ ਕੋਈ ਵਾਤਾਵਰਨ ਹੈ ਨਹੀਂ, ਕੋਈ ਹਵਾ ਹੈ ਨਹੀਂ, ਜਿਹਦੇ ਕਰਕੇ ਅਸੀਂ ਇੱਕ ਦੂਜੇ ਦੀ ਆਵਾਜ਼ ਜਾਂ ਧੁਨੀ ਜਿਹੜੀ ਆ ਉਹ ਸੁਣ ਨਹੀਂ ਪਾਵਾਂਗੇ। ਕਿਉਂਕਿ ਚੰਦਰਮਾ ਅਤੇ ਪੁਲਾੜ ਤੇ ਵਾਤਾਵਰਨ ਨਾ ਹੋਣ ਕਾਰਨ, ਭਾਵ ਮਾਧਿਅਮ ਨਾ ਹੋਣ ਕਾਰਨ, ਅਸੀਂ ਆਵਾਜ਼ ਜਾਂ ਧੁਨੀ ਸੁਣ ਨਹੀਂ ਪਾਵਾਂਗੇ। ਇਸ ਕਰਕੇ ਸਾਊਂਡ ਜਿਹੜਾ ਆ ਉਹ ਕੈਨ ਨੋਟ ਟਰੈਵਲ ਇਨ ਵੈਕਿਊਮ। ਧੁਨੀ ਦਾ ਜਿਹੜਾ ਸੰਚਾਰ ਆ ਬੱਚਿਓ ਉਹ ਖਲਾ ਜਾਂ ਨਿਰਵਾਯੂ ਦੇ ਵਿੱਚ ਨਹੀਂ ਹੋ ਸਕਦਾ। ਨੈਕਸਟ ਬੱਚਿਓ ਅਗਰ ਅਸੀਂ ਦੇਖੀਏ ਹਾਊ ਵੀ ਹੀਅਰ ਸਾਊਂਡ ਵਿਦ ਆਵਰ ਈਅਰਸ, ਅਸੀਂ ਧੁਨੀ ਨੂੰ ਆਪਣੇ ਕੰਨਾਂ ਨਾਲ ਕਿਵੇਂ ਸੁਣਦੇ ਹਾਂ। ਇਹ ਬੱਚਿਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ ਹੁਣ ਆਪਾਂ ਨੂੰ ਇਹ ਪਤਾ ਚੱਲ ਗਿਆ ਕਿ ਧੁਨੀ ਜੇਕਰ ਪੈਦਾ ਕਰਨੀ ਹੈ ਤਾਂ ਉਹਦੇ ਲਈ ਸਾਨੂੰ ਵਾਈਬ੍ਰੇਸ਼ਨ ਚਾਹੀਦੀਆਂ। ਕਿੰਨੀਆਂ ਵਾਈਬ੍ਰੇਸ਼ਨ? 1 ਸੈਕਿੰਡ 'ਚ ਘੱਟੋ ਘੱਟ 20 ਤੇ ਵੱਧ ਤੋਂ ਵੱਧ 20,000 ਤੋਂ ਜ਼ਿਆਦਾ ਬਣਾ ਹੋਵੇ 1 ਸੈਕਿੰਡ ਦੇ ਵਿੱਚ ਕੰਪਨ, ਤੇ 20 ਤੋਂ ਘੱਟ ਬਣਾ ਹੋਵੇ, ਉਹਦੇ ਵਿੱਚ ਹੋਵੇ ਤਾਂ ਅਸੀਂ ਸੁਣ ਸਕਦੇ ਹਾਂ। ਦੂਸਰੀ ਗੱਲ, ਸਾਨੂੰ ਸਾਊਂਡ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ ਦੇ ਲਈ ਮਾਧਿਅਮ ਦੀ ਜ਼ਰੂਰਤ ਹੈ, ਚਾਹੇ ਉਹ ਮਾਧਿਅਮ ਠੋਸ ਹੋਵੇ, ਤਰਲ ਹੋਵੇ, ਚਾਹੇ ਉਹ ਗੈਸੀਅਸ ਮਾਧਿਅਮ ਹੋਵੇ। ਤੀਸਰਾ, ਹੁਣ ਅਸੀਂ ਸਾਡੇ ਕੰਨਾਂ ਤੱਕ ਜਿਹੜੀ ਆਵਾਜ਼ ਪਹੁੰਚਦੀ ਆ, ਜਿਹੜੇ ਕਣ ਪਹੁੰਚੇ ਆ ਹਵਾ ਦੇ, ਉਹ ਵਾਈਬਰੇਟ ਕਰਦੇ ਆ, ਤਾਂ ਸਾਨੂੰ ਆਵਾਜ਼ ਸੁਣਦੀ ਕਿੱਦਾਂ? ਤਾਂ ਉਹਦੇ ਲਈ ਅਸੀਂ ਹੁਣ ਆਪਣੇ ਕੰਨ ਦਾ ਸਟਰਕਚਰ ਵੀ ਦੇਖਾਂਗੇ, ਕਿੱਦਾਂ ਪਹੁੰਚਦੀ ਹੈ ਆਵਾਜ਼ ਬੱਚਿਓ, ਉਹਦੇ ਬਾਰੇ ਹੁਣ ਅਸੀਂ ਜਾਣਕਾਰੀ ਹਾਸਲ ਕਰਨੀ। ਇੱਥੇ ਤੁਸੀਂ ਦੇਖ ਸਕਦੇ ਹੋ ਸਪੀਕਰ ਜਿਹੜਾ ਆ, ਕਿਉਂਕਿ ਸਪੀਕਰ ਵਾਈਬਰੇਟ ਕਰਦਾ, ਪਿੱਛੇ ਤੁਸੀਂ ਦੇਖਿਆ ਸੀ ਡਾਇਆਫ੍ਰੈਮ ਹੁੰਦਾ ਉਹਦਾ, ਉਹ ਅਗਲੇ ਮੋਲੀਕਿਊਲਸ ਨੂੰ ਵਾਈਬਰੇਟ ਕਰਦਾ, ਉਹ ਅਗਲੇ ਤੇ ਅਗਲੇ, ਇੱਦਾਂ ਹੀ ਜਿਹੜੀ ਕੰਪਨ ਆ ਉਹ ਚੱਲਦੀ ਹੈ ਤੇ ਇਹਨੂੰ ਸਾਊਂਡ ਵੇਵ ਜਾਂ ਧੁਨੀ ਤਰੰਗ ਬੋਲਦੇ ਹੈਗੇ। ਤੁਸੀਂ ਧਿਆਨ ਨਾਲ ਦੇਖੋਗੇ ਕਿ ਜਿਹੜਾ ਕਣ ਆ ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਨਹੀਂ ਗਿਆ, ਉਹ ਬਸ ਕੰਪਨ ਕਰਦਾ ਪਿਆ ਆਪਣੀ ਹੀ ਜਗ੍ਹਾ ਤੇ, ਉਹ ਖੜ ਕੇ ਅੱਗੇ ਪਿੱਛੇ ਵਾਈਬਰੇਟ ਕਰਦਾ ਪਿਆ। ਇਹੀ ਸਾਰੀਆਂ ਕੰਪਨਾਂ ਜਿਹੜੀਆਂ ਆ, ਮੋਲੀਕਿਊਲ ਜਿਹੜੇ ਸਾਡੇ ਕੰਨ ਦੇ ਆਲੇ ਦੁਆਲੇ ਵੀ ਕਈ ਮੋਲੀਕਿਊਲਸ ਹੋਣਗੇ, ਉਹ ਵੀ ਕੰਪਨ ਕਰਦੇ। ਤੇ ਸਾਡਾ ਜਿਹੜਾ ਕੰਨ ਹੈਗਾ ਬੱਚਿਓ, ਬਾਹਰਲਾ ਜਿਹੜਾ ਹਿੱਸਾ ਆ, ਆਊਟਰ ਪੋਰਸ਼ਨ ਇਹਨੂੰ ਕਹਿੰਦੇ ਆ, ਤਾਂ ਉਹਦੇ ਵਿੱਚ ਇਹ ਕੰਨ ਜਿਹੜੇ ਆ, ਕਣ ਮਤਲਬ ਹਵਾ ਦੇ ਜਿਹੜੇ ਕਣ ਆ ਉਹ ਅੰਦਰ ਤੱਕ ਪਹੁੰਚਦੇ ਹੈਗੇ, ਉਹ ਵਾਈਬ੍ਰੇਸ਼ਨ ਕਰਦੇ ਆ, ਸਾਡੇ ਈਅਰ ਡਰਮ ਨੂੰ ਹਿਲਾਉਂਦੇ ਆ, ਈਅਰ ਡਰਮ ਗਾਹਾਂ ਬੋਨਸ ਨੂੰ ਹਿਲਾਉਂਦਾ ਆ, ਜਿਹਨੂੰ ਓਸੀਕਲਸ ਬੋਲਦੇ ਆ, ਓਸੀਕਲਸ ਗਾਹਾਂ ਕੋਚਲੀਆਂ ਨੂੰ ਹਿਲਾਉਂਦਾ ਆ। ਫਰਦਰ ਉਹ ਜਿਹੜਾ ਆਡੀਟਰੀ ਨਰਵ ਤੱਕ ਪਹੁੰਚ ਕੇ ਸਾਡੇ ਦਿਮਾਗ ਨੂੰ ਬਿਜਲੀ ਸੰਕੇਤ ਜਾਂ ਬਿਜਲੀ ਰੂਪ ਦੇ ਵਿੱਚ ਦੱਸਦਾ ਹੈ। ਇੱਥੇ ਆਪਾਂ ਕੰਨ ਨੂੰ 3 ਭਾਗਾਂ 'ਚ ਵੰਡ ਲਿਆ, ਆਊਟਰ ਈਅਰ, ਮਿਡਲ ਈਅਰ ਐਂਡ ਇਨਰ ਈਅਰ। ਆਊਟਰ ਈਅਰ ਦੇ ਵਿੱਚ ਹੋ ਗਿਆ ਸਾਡੇ ਕੋਲ ਪਿੰਨਾ, ਬਾਹਰ ਵਾਲਾ ਹਿੱਸਾ ਜਿਹੜਾ ਸਾਨੂੰ ਨਜ਼ਰ ਆਉਂਦਾ ਪਿਆ, ਜਿਹੜਾ ਬਾਹਰ ਵਾਲਾ ਹਿੱਸਾ, ਉਹਦੇ ਨਾਲ ਆ ਜਿਹੜੀ ਸਾਡੇ ਕੋਲ ਕਨਾਲ ਹੈਗੀ, ਆਡੀਟਰੀ ਕਨਾਲ। ਪਿੰਨਾ ਦਾ ਕੰਮ ਕੀ ਹੈ ਕਿ ਜਿੰਨੇ ਵੀ ਮੋਲੀਕਿਊਲਸ ਹੈਗੇ ਆ ਉਹਨਾਂ ਨੂੰ ਇਕੱਠਾ ਕਰਨਾ ਤੇ ਉਹਦਾ ਜਿਹੜਾ ਐਂਪਲੀਟਿਊਡ ਕਹਿ ਲਓ ਜਾਂ ਲਾਊਡਨੈਸ ਕਹਿ ਲਓ, ਉਹਨੂੰ ਵਧਾਉਣਾ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਉਹ ਬਾਹਰੋਂ ਇਕੱਠੀ ਕਰ ਸਕੇ ਤੇ ਉਹਨੂੰ ਹਵਾ ਦੇ ਮੋਲੀਕਿਊਲਸ ਨੂੰ ਅੰਦਰ ਤੱਕ ਪਹੁੰਚਾਵੇ। ਆਡੀਟਰੀ ਕਨਾਲ ਤੁਸੀਂ ਇੱਥੇ ਦੇਖ ਸਕਦੇ ਹੋ, ਜਿਹੜੀ ਆਹ ਕਨਾਲ ਹੈਗੀ ਹੈ ਇੱਕ, ਤੁਸੀਂ ਦੇਖ ਲਓ, ਉਹ ਆਡੀਟਰੀ ਕਨਾਲ ਸਾਡੇ ਬਾਹਰਲੇ ਕੰਨ ਨੂੰ ਇਨਰ ਈਅਰ ਦੇ ਨਾਲ, ਮਤਲਬ ਜਿਹੜਾ ਸਾਡਾ ਈਅਰ ਡਰਮ ਆ, ਜਿਹਨੂੰ ਅਸੀਂ ਕੰਨ ਦਾ ਪਰਦਾ ਕਹਿੰਦੇ ਆ, ਉੱਥੇ ਪਹੁੰਚਾਉਣ ਦਾ ਕੰਮ ਕਰਦੀ ਹੈ। ਹੁਣ ਹਵਾ ਦੇ ਜਿਹੜੇ ਕਣ ਹੈਗੇ ਆ, ਉਹ ਸਾਡੇ ਈਅਰ ਡਰਮ ਨੂੰ, ਪਰਦੇ ਨੂੰ ਹਿਲਾਉਂਦੇ, ਅੰਦਰ ਬਾਹਰ ਦਾ ਪਰਦਾ ਸਾਡਾ ਹਿਲਦਾ। ਪਰਦੇ ਦੇ ਨਾਲ ਪੁੱਤਰ ਤੁਸੀਂ ਦੇਖੋਗੇ ਤਾਂ 3 ਤਰ੍ਹਾਂ ਦੀਆਂ ਬੋਨਸ ਲੱਗੀਆਂ ਹੋਈਆਂ, ਇਹਨੂੰ ਆਪਾਂ ਇੰਗਲਿਸ਼ 'ਚ ਬੋਲ ਦਿੰਦੇ ਆ ਓਸੀਕਲਸ ਜਾਂ ਬੋਨਸ ਬੋਲ ਦਿੰਦੇ। ਇਹਨਾਂ ਤਿੰਨਾਂ ਦਾ ਨਾਮ ਤੁਸੀਂ ਯਾਦ ਵੀ ਰੱਖ ਸਕਦੇ ਹੋ, ਮੈਲੀਅਸ, ਇਨਕਸ ਤੇ ਸਟੇਪਸ। ਮੈਲੀਅਸ ਦਾ ਨਾਮ ਹੈਮਰ ਵੀ ਹੈ, ਇੱਥੇ ਤੁਸੀਂ ਦੇਖ ਸਕਦੇ ਹੋ। ਅਸਲੀ ਦੇ ਵਿੱਚ 3 ਬੋਨਸ ਆ, ਇਹ ਸਭ ਤੋਂ ਬੱਚਿਓ ਸਾਡੀ
ਸਰੀਰ ਦੀਆਂ ਸਭ ਤੋਂ ਸਮੋਲੈਸਟ ਬੋਨਸ ਆਹੀ ਤਿੰਨ, ਹੈਮਰ, ਐਨਵਿਲ ਤੇ ਸਟੇਪਸ ਜਿਹੜਾ ਤੁਸੀਂ ਦੇਖੋਗੇ ਘੋੜੇ ਦਾ ਜਿੱਥੇ ਬੈਠੇ, ਜਿੱਥੇ ਸਾਡਾ ਪੈਰ ਰੱਖਿਆ ਹੁੰਦਾ ਉਹਨੂੰ ਬੋਲਦੇ ਆਪਾਂ ਸਟੇਪਸ। ਤਾਂ ਇਹ ਤਿੰਨ ਹੱਡੀਆਂ ਜਿਹੜੀਆਂ ਆ ਓਸੀਕਲਸ, ਜਿਹਨੂੰ ਬੋਨਸ ਆਪਾਂ ਬੋਲਦੇ ਨੇ, ਸਭ ਤੋਂ ਛੋਟੀਆਂ ਹੱਡੀਆਂ ਬੱਚਿਓ ਸਾਡੇ ਸਰੀਰ ਦੀਆਂ, ਉਹ ਇੱਕ ਕੰਨ ਦੇ ਵਿੱਚ ਮੌਜੂਦ ਆ। ਮੈਲੀਅਸ, ਇਨਕਸ ਤੇ ਸਟੇਪਸ। ਮੈਲੀਅਸ ਨੂੰ ਆਪਾਂ ਹੈਮਰ ਬੋਲ ਦਿੰਦੇ ਆ, ਇਨਕਸ ਨੂੰ ਆਪਾਂ ਐਨਵਿਲ, ਸਟੇਪਸ ਨੂੰ ਆਪਾਂ ਸਟਿਰਪ। ਇਹ ਵਾਈਬਰੇਟ ਕਰਦੀਆਂ, ਇਹ ਵਾਈਬ੍ਰੇਸ਼ਨ ਨੂੰ ਵਧਾ ਦਿੰਦੀਆਂ, ਲਾਊਡਨੈਸ ਨੂੰ ਹੋਰ ਜ਼ਿਆਦਾ ਐਂਪਲੀਫਾਈ ਕਰ ਦਿੰਦੀਆਂ, ਜਿਹਦੇ ਨਾਲ ਕੋਚਲੀਆ ਨੂੰ ਇਹ ਵਾਈਬਰੇਟ ਕਰਦੇ। ਹੁਣ ਕੋਚਲੀਆ ਦੇ ਵਿੱਚ ਬੱਚਿਓ ਲਿਕੁਇਡ ਪਦਾਰਥ ਮੌਜੂਦ ਆ, ਕਿਉਂਕਿ ਲਿਕੁਇਡ ਪਦਾਰਥ ਆ, ਲਿਕੁਇਡ ਨੂੰ ਹਿਲਾਉਣ ਦੇ ਲਈ ਸਾਨੂੰ ਜ਼ਿਆਦਾ ਜ਼ੋਰ ਲਾਉਣਾ ਪੈਂਦਾ, ਇਸ ਕਰਕੇ ਉਹ ਲਾਊਡਨੈਸ ਜਿਹੜੀ ਆ ਉਹ ਤਿੰਨ ਹੱਡੀਆਂ ਦੀ ਉਹ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਹੁੰਦੀ, ਜਿਹਦੇ ਨਾਲ ਇਹ ਕੋਚਲੀਆ ਵਾਈਬਰੇਟ ਕਰਨਾ ਸ਼ੁਰੂ ਹੋ ਜਾਂਦਾ। ਕੋਚਲੀਆ ਵਾਈਬਰੇਟ ਕਰੂਗਾ, ਕੋਚਲੀਆ ਦੇ ਵਿੱਚ ਮੌਜੂਦ ਜਿਹੜਾ ਲਿਕੁਇਡ ਆ ਉਹ ਹਿੱਲਣਾ ਸ਼ੁਰੂ ਕਰੂਗਾ। ਕੋਚਲੀਆ ਦੇ ਵਿੱਚ ਮੌਜੂਦ ਲਿਕੁਇਡ ਹਿੱਲੂਗਾ, ਉਹ ਲਿਕੁਇਡ ਹਿੱਲਣ ਦੇ ਨਾਲ ਬਿਜਲੀ ਸੰਕੇਤ, ਇਲੈਕਟ੍ਰੀਕਲ ਸਿਗਨਲਸ ਪੈਦਾ ਹੋਣਗੇ, ਜੋ ਕਿ ਆਡੀਟਰੀ ਨਰਵ ਦੁਆਰਾ ਸਾਡੇ ਦਿਮਾਗ ਤੱਕ ਪਹੁੰਚਾਏ ਜਾਂਦੇ, ਜਿਸ ਨਾਲ ਸਾਨੂੰ ਇਹ ਸੁਣਨ ਦਾ ਅਨੁਭਵ ਹੁੰਦਾ ਆ, ਪਤਾ ਚੱਲਦਾ ਹੈ ਕਿ ਹਾਂ ਕਿਸੇ ਨੇ ਕੁਝ ਬੋਲਿਆ ਤੇ ਅਸੀਂ ਉਸਨੂੰ ਸੁਣਿਆ। ਆਡੀਟਰੀ ਨਰਵਸ ਤੁਸੀਂ ਇੱਥੇ ਦੇਖ ਸਕਦੇ। ਇਹਦਾ ਨਰਵਸ, ਆਡੀਟਰੀ ਨਰਵਸ ਫਰਦਰ ਜਿਹੜਾ ਆ ਉਹ ਸਾਡੇ ਕੰਨਾਂ ਤੱਕ ਪਹੁੰਚਦੀ ਆ ਤੇ ਸਾਨੂੰ ਸੁਣਨ ਦਾ ਅਹਿਸਾਸ, ਜਾਂ ਕੋਈ ਵੀ ਮੈਸੇਜ ਜਿਹੜਾ ਆ ਉਹ ਸੁਣਨ ਦੇ ਵਿੱਚ ਹੈਲਪਫੁਲ ਕਰਦੀ। ਤਾਂ ਇੰਝ ਅਸੀਂ ਜਿਹੜੀ ਸਾਊਂਡ ਆ ਉਹ ਸੁਣ ਸਕਦੇ ਆ ਆਪਣੇ ਕੰਨਾਂ ਦੁਆਰਾ। ਤੇ ਤੁਸੀਂ ਯਾਦ ਰੱਖਣਾ ਤਿੰਨ ਭਾਗਾਂ 'ਚ ਅਸੀਂ ਵੰਡਿਆ, ਆਊਟਰ ਈਅਰ, ਇਨਰ ਈਅਰ ਤੇ ਮਿਡਲ ਈਅਰ। ਆਊਟਰ, ਮਿਡਲ ਐਂਡ ਇਨਰ। ਮਿਡਲ ਦੇ ਵਿੱਚ ਸਾਡੇ ਕੋਲ ਤਿੰਨ ਹੱਡੀਆਂ ਸੀ, ਮੈਲੀਅਸ, ਇਨਕਸ, ਸਟੇਪਸ ਜਾਂ ਹੈਮਰ, ਐਨਵਿਲ, ਸਟਿਰਪ। ਪਹਿਲਾਂ ਆਡੀਟਰੀ ਕਨਾਲ ਨੇ, ਆਡੀਟਰੀ ਕਨਾਲ ਦੇ ਵਿੱਚ ਜਿਹੜੇ ਮੋਲੀਕਿਊਲ ਸੀਗੇ ਉਹਨੇ ਈਅਰ ਡਰਮ ਨੂੰ ਹਿਲਾਇਆ, ਈਅਰ ਡਰਮ ਨੇ ਹੱਡੀਆਂ ਨੂੰ ਹਿਲਾਇਆ, ਤਿੰਨੇ ਹੀ ਹੱਡੀਆਂ ਜਿਹੜੀਆਂ ਕਿ ਸਭ ਤੋਂ ਸਾਡੇ ਸਰੀਰ ਦੀਆਂ ਸਮੋਲੈਸਟ ਬੋਨਸ ਆ, ਉਹਨਾਂ ਨੇ ਫਰਦਰ ਕੋਚਲੀਆਂ ਨੂੰ ਹਿਲਾਇਆ, ਕੋਚਲੀਆਂ ਦੇ ਹਿੱਲਣ ਨਾਲ ਲਿਕੁਇਡ ਉਹਦੇ ਵਿੱਚ ਹਿੱਲਿਆ, ਫਰਦਰ ਉਹਦੀ ਜਿਹੜੀ ਵਾਈਬ੍ਰੇਸ਼ਨ ਹੈ ਇਲੈਕਟ੍ਰੀਕਲ ਸਿਗਨਲ ਦੁਆਰਾ ਸਾਡੇ ਦਿਮਾਗ ਤੱਕ ਪਹੁੰਚੀ। ਇਸ ਤਰੀਕੇ ਨਾਲ ਬੱਚਿਓ ਅਸੀਂ ਜਿਹੜਾ ਆ ਉਹ ਸੁਣਦੇ ਹੈਗੇ ਆ, ਸਾਡੇ ਕੰਨਾਂ ਤੱਕ ਜਿਹੜੀ ਆ ਉਹ ਆਵਾਜ਼ ਦਿਮਾਗ ਤੱਕ ਜਾਂਦੀ ਹੈ, ਫਿਰ ਅਸੀਂ ਉਸਨੂੰ ਪ੍ਰੋਸੈਸ ਕਰਦੇ ਤੇ ਉਹਦੇ ਹਿਸਾਬ ਦੇ ਨਾਲ ਅਸੀਂ ਜਵਾਬ ਦਿੰਦੇ ਹਾਂ। ਨੈਕਸਟ ਬੱਚਿਓ ਕਰੈਕਟਰਿਸਟਿਕਸ ਆਫ ਸਾਊਂਡ, ਅਗਲੇ ਪਾਰਟ ਦੇ ਵਿੱਚ ਬੱਚਿਓ ਅਸੀਂ ਇਹ ਦੇਖਾਂਗੇ ਕਰੈਕਟਰਿਸਟਿਕ ਧੁਨੀ ਦੇ ਗੁਣ ਕਿਹੜੇ ਕਿਹੜੇ ਆ, ਆਪਾਂ ਉਹ ਹੁਣ ਨੈਕਸਟ ਪਾਰਟ 'ਚ ਪੜਾਂਗੇ, ਲੇਕਿਨ ਆਪਾਂ ਇੱਥੇ ਦੇਖ ਲੈਣੇ ਕਿ ਕਿਹੜੇ ਕਿਹੜੇ ਅਸੀਂ ਗੁਣ ਪੜ੍ਹਨੇ ਆ। ਸਭ ਤੋਂ ਪਹਿਲਾਂ ਆਪਾਂ ਪੜ੍ਹਨਾ ਐਂਪਲੀਟਿਊਡ, ਆਯਾਮ ਕੀ ਹੁੰਦਾ ਆ। ਨੰਬਰ 2 ਲਾਊਡਨੈਸ, ਪ੍ਰਬਲਤਾ ਕੀ ਹੁੰਦੀ ਆ। ਨੰਬਰ 3 ਟਾਈਮ ਪੀਰੀਅਡ, ਆਵਰਤਕਾਲ। ਚੌਥੇ ਤੇ ਫ੍ਰੀਕੁਐਂਸੀ। ਪੰਜਵੇਂ ਤੇ ਪਿਚ। ਇਹ ਅਸੀਂ ਨੈਕਸਟ ਪਾਰਟ ਦੇ ਵਿੱਚ ਪੜਾਂਗੇ, ਪਰ ਥੋੜਾ ਜਿਹਾ ਆਈਡੀਆ ਮੈਂ ਤੁਹਾਨੂੰ ਦੇ ਦੇਵਾਂ। ਐਂਪਲੀਟਿਊਡ ਤੇ ਲਾਊਡਨੈਸ ਇੱਕ ਦੂਜੇ ਨਾਲ ਰਿਲੇਟਡ ਆ, ਟਾਈਮ ਪੀਰੀਅਡ, ਫ੍ਰੀਕੁਐਂਸੀ ਤੇ ਪਿਚ ਇਹ ਤਿੰਨੇ ਇੱਕ ਦੂਸਰੇ ਨਾਲ ਰਿਲੇਟਡ ਹੈਗੇ। ਤਾਂ ਇਸ ਨੂੰ ਆਪਾਂ ਨੈਕਸਟ ਪਾਰਟ ਦੇ ਵਿੱਚ ਬੱਚਿਓ ਪੜਾਂਗੇ। ਸੋ ਅੱਜ ਲਈ ਬੱਚਿਓ ਇੰਨਾ ਹੀ ਅਸੀਂ ਪੜ੍ਹਨਾ ਸੀ। ਸਟੇ ਹੋਮ, ਸਟੇ ਸੇਫ। ਥੈਂਕ ਯੂ ਬੱਚਿਓ।